जीओ सत श्री अकाल। मैं पिंकी देवी साइंस मिस्ट्रेस सरकारी सीनियर सैकेंडरी स्कूल घग्गा ਜ਼ਿਲ੍ਹਾ ਪਟਿਆਲਾ ਤੋਂ ਤੁਹਾਡਾ ਸਾਰਿਆਂ ਦਾ ਸਾਇੰਸ ਕਲਾਸ ਵਿੱਚ ਸਵਾਗਤ ਕਰਦੀ ਹਾਂ। ਬੱਚਿਓ, ਅੱਜ ਅਸੀਂ 10ਵੀਂ ਜਮਾਤ ਦੇ ਪਾਠ 16 ਕੁਦਰਤੀ ਸਾਧਨਾਂ ਦਾ ਪ੍ਰਬੰਧ ਯਾਨੀ ਮੈਨੇਜਮੈਂਟ ਆਫ ਨੈਚੁਰਲ ਰਿਸੋਰਸਿਸ ਦੇ ਪ੍ਰਸ਼ਨ ਉੱਤਰ ਕਰਾਂਗੇ। ਬੱਚਿਓ, ਪਹਿਲਾਂ ਅਸੀਂ ਪਾਠ ਦੇ ਬਹੁ ਵਿਕਲਪੀ ਪ੍ਰਸ਼ਨ ਯਾਨੀ MCQs ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਕਰਾਂਗੇ। ਤੁਸੀਂ ਸਾਰਿਆਂ ਨੇ ਇਹ ਕੁਐਸਚਨ ਆਨਸਰ ਆਪਣੀ ਨੋਟਬੁੱਕ ਤੇ मेरे नाल नोट करने हैं। ठीक है बच्चों, चलो स्टार्ट करते हैं। बच्चों, फर्स्ट क्वेश्चन है, हेठ लिखियां विचों केड़ा कुदरती संसाधन नहीं है। फ्रॉम द लिस्ट गिवन बिलो पिक द आइटम डेट इज़ नॉट अ नैचुरल रिसोर्स। ऑप्शंस हैं मिट्टी यानी सॉइल, पानी यानी वाटर, बिजली यानी इलैक्ट्रिसिटी ਜਾਂ हवा यानी एयर। ਬੱਚਿਓ, ਜਿਵੇਂ ਤੁਸੀਂ ਪੜ੍ਹ ਚੁੱਕੇ ਹੋ ਕਿ ਰਿਸੋਰਸ ਯਾਨੀ ਸੰਸਾਧਨ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਨੈਚੁਰਲ ਰਿਸੋਰਸਿਸ ਯਾਨੀ ਕੁਦਰਤੀ ਸੰਸਾਧਨ ਜਿਹੜੇ ਸਾਨੂੰ ਕੁਦਰਤ ਤੋਂ ਮਿਲਦੇ ਹਨ, ਅਤੇ ਦੂਜੇ ਮੈਨ ਮੇਡ ਯਾਨੀ ਮਾਨਵ ਨਿਰਮਿਤ ਸੰਸਾਧਨ ਜਿਹੜੇ ਮਨੁੱਖ ਦੁਆਰਾ ਬਣਾਏ ਜਾਂਦੇ ਹਨ। ਤਾਂ ਬੱਚਿਓ, ਇਸ ਪ੍ਰਸ਼ਨ ਵਿੱਚ ਜਿਹੜਾ ਕੁਦਰਤੀ ਸੰਸਾਧਨ ਨਹੀਂ ਹੈ ਉਹ ਚੂਜ਼ ਕਰਨਾ ਹੈ। ਇੱਥੇ ਬੱਚਿਓ ਸੋਇਲ ਵੀ ਕੁਦਰਤੀ ਹੈ, ਪਾਣੀ ਵੀ ਕੁਦਰਤੀ ਹੈ ਅਤੇ ਹਵਾ ਵੀ ਕੁਦਰਤੀ ਹੈ, ਪਰ ਬਿਜਲੀ ਯਾਨੀ ਇਲੈਕਟ੍ਰਿਸਿਟੀ ਜਿਹੜੀ ਹੈ ਮਨੁੱਖ ਨੇ ਆਪ ਤਿਆਰ ਕੀਤੀ ਹੈ। ਸੋ करेक्ट आंसर इज ऑप्शन नंबर 3 बिजली यानी इलैक्ट्रिसिटी एक कुदरती संसाधन नहीं। बच्चों, दूजा प्रश्न है, हु स्टार्टेड चिपको मूवमेंट यानी चिपको आंदोलन किसने शुरू किया सी। A.K. बनर्जी ने शुरू किया, सुंदर लाल बहुगुणा ने शुरू किया, अमृता देवी बिश्नोई ने शुरू किया ਜਾਂ मीधा पाटकर ने शुरू किया। ਤਾਂ ਬੱਚਿਓ, ਇਸ ਦਾ ਸਹੀ ਉੱਤਰ ਹੈ चिपको ਅੰਦੋਲਨ ਸੁੰਦਰ ਲਾਲ ਬਹੁਗੁਣਾ ਨੇ ਸ਼ੁਰੂ ਕੀਤਾ ਸੀ। ਹੁਣ ਗੱਲ ਕਰਦੇ ਹਾਂ ਕਿ चिपको ਅੰਦੋਲਨ ਕਿੱਥੇ ਸ਼ੁਰੂ ਹੋਇਆ ਸੀ। The चिपको movement originated from dash। पहला ऑप्शन है राजस्थान विखे शुरू होया, दूजा ऑप्शन हिमाचल प्रदेश विखे शुरू होया, तीजा ऑप्शन गढ़वाल विखे शुरू होया जां चौथा ऑप्शन तमिलनाडु विखे शुरू होया। सोचो सोचो बच्चों, याद आया? यस, वेरी गुड। चिपको आंदोलन गढ़वाल विखे शुरू होया सी। फोर्थ क्वेश्चन, किहड़ी गैस नूं ग्रीन हाउस गैस कहा जाता है। कार्बन डाइऑक्साइड गैस नूं, ऑक्सीजन गैस नूं, हाइड्रोजन गैस नूं जां फिर नाइट्रोजन गैस नूं। बच्चों, ग्रीन हाउस इफैक्ट बारे तुसी पहलां भी पढ़ चुके हो, तां तुसी सारे ही इसदा उत्तर जाणदे हो। यस, वेरी गुड। इसका करेक्ट आंसर है कार्बन डाइऑक्साइड गैस नूं ग्रीन हाउस गैस कहा जाता। फिफ्थ क्वेश्चन, डैश कैन डिप्लीट ओजोन लेयर मतलब ओजोन परत नूं की डिप्लीट करता है। ऑप्शंस हैं नाइट्रोजन, ऑक्सीजन, CFC यानी क्लोरोफ्लोरो कार्बन ਜਾਂ ਹਾਈਡਰੋਜਨ। ਬੱਚਿਓ, ਵਾਯੂਮੰਡਲ ਦੇ ਉੱਪਰਲੇ ਪੱਧਰ 'ਤੇ ਓਜ਼ੋਨ ਸੂਰਜ ਤੋਂ ਆਉਣ ਵਾਲੀਆਂ ਪਰਾਵੈਂਗਨੀ ਵਿਕਿਰਨਾਂ ਤੋਂ ਧਰਤੀ ਦੀ ਸਤ੍ਹਾ ਨੂੰ ਬਚਾਉਂਦੀ ਹੈ, ਪਰ ਵੱਖ-ਵੱਖ ਰਸਾਇਣ ਕਾਰਨਾਂ ਨਾਲ ਓਜ਼ੋਨ ਪਰਤ ਨੂੰ ਹਾਨੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ। AC
ਰੈਫਰੀਜਰੇਟਰਸ, ਫਾਇਰ ਐਕਸਟਿੰਗੁਇਸ਼ਰਸ ਤੋਂ ਨਿਕਲਣ ਵਾਲਾ ਰਸਾਇਣ ਓਜ਼ੋਨ ਪਰਤ ਵਿੱਚ ਛੇਕ ਪੈਦਾ ਕਰ ਰਿਹਾ ਹੈ, ਜਿਸ ਨਾਲ ਸੂਰਜੀ ਪ੍ਰਕਾਸ਼ ਵਿੱਚ ਮੌਜੂਦ ਪਰਾਬੈਂਗਨੀ ਵਿਕਿਰਨਾਂ ਸਿੱਧੇ ਧਰਤੀ 'ਤੇ ਆਉਣ ਲੱਗ ਪਈਆਂ ਹਨ, ਜੋ ਕੈਂਸਰ, ਮੋਤੀਆਬਿੰਦ ਅਤੇ ਚਮੜੀ ਰੋਗਾਂ ਦਾ ਕਾਰਨ ਬਣ ਰਹੀ ਹਨ। ਹੁਣ ਆਇਆ ਬੱਚਿਓ ਧਿਆਨ ਵਿੱਚ, ਕਿਸ ਨਾਲ ਓਜ਼ੋਨ ਲੇਅਰ ਡਿਪਲੀਟ ਹੋ ਰਹੀ ਹੈ? ਯੈਸ, ਇਸ ਦਾ ਸਹੀ ਉੱਤਰ ਹੈ ਕਲੋਰੋਫਲੋਰੋਕਾਰਬਨ, ਜਿਹੜੇ AC, ਰੈਫਰੀਜਰੇਟਰਸ, ਫਾਇਰ ਐਕਸਟਿੰਗੁਇਸ਼ਰਸ ਤੋਂ ਨਿਕਲਦਾ ਹੈ, ਓਜ਼ੋਨ ਲੇਅਰ ਨੂੰ ਡਿਪਲੀਟ ਕਰ ਰਿਹਾ ਹੈ। ਬੱਚਿਓ ਹੁਣ ਕਰਦੇ ਹਾਂ 6th ਕੁਐਸਚਨ। ਜਿਹੜਾ ਸਰਦਾਰ ਸਰੋਵਰ ਡੈਮ ਹੈ ਉਹ ਕਿਹੜੀ ਨਦੀ ਉੱਤੇ ਬਣਾਇਆ ਗਿਆ ਹੈ? ਸਰਦਾਰ ਸਰੋਵਰ ਡੈਮ is situated on which river? Is it on Ganga river, Narmada river, Yamuna river or Godavari river? ਇਸ ਦਾ ਸਹੀ ਉੱਤਰ ਹੈ ਬੱਚਿਓ, ਜਿਹੜਾ ਸਰਦਾਰ ਸਰੋਵਰ ਡੈਮ ਹੈ ਉਹ ਨਰਮਦਾ ਨਦੀ ਉੱਤੇ ਬਣਾਇਆ ਗਿਆ ਹੈ। ਬੱਚਿਓ ਨਾਓ ਕੁਐਸਚਨ ਨੰਬਰ 7th। ਇਹਨਾਂ ਵਿੱਚੋਂ ਕਿਹੜਾ ਰੋਗ ਪਰਾਬੈਂਗਨੀ ਕਿਰਨਾਂ ਯਾਨੀ ਅਲਟਰਾਵਾਇਲਟ ਰੇਜ਼ ਨਾਲ ਹੁੰਦਾ ਹੈ? ਆਪਸ਼ਨਸ ਹਨ ਹੈਜਾ, ਮਲੇਰੀਆ, ਅੱਖਾਂ ਦਾ ਮੋਤੀਆ ਜਾਂ ਡੇਂਗੂ। ਬੱਚਿਓ ਇਸ ਬਾਰੇ ਅਸੀਂ ਆਪਣੇ ਕੁਐਸਚਨ ਨੰਬਰ 5th ਵਿੱਚ ਵੀ ਗੱਲ ਕੀਤੀ ਸੀ, ਯਾਦ ਆਇਆ? ਯੈਸ, ਸ਼ਾਬਾਸ਼, ਅੱਖਾਂ ਦਾ ਮੋਤੀਆ ਸਹੀ ਉੱਤਰ ਹੈ। ਇਸ ਤੋਂ ਇਲਾਵਾ ਪਰਾਬੈਂਗਨੀ ਵਿਕਿਰਨਾਂ ਤੋਂ ਕੈਂਸਰ ਅਤੇ ਚਮੜੀ ਰੋਗ ਵੀ ਹੁੰਦਾ ਹੈ। ਨਾਓ ਕੁਐਸਚਨ ਨੰਬਰ 8th। ਗਵਰਨਮੈਂਟ launched the Ganga Action Plan यानी GAP project in 1985. What was the purpose of this project? यानी बच्चों गंगा सफाई योजना GAP ਜਿਹੜੀ 1985 ਵਿੱਚ ਆਰੰਭ ਕੀਤੀ ਗਈ ਸੀ, ਇਸ ਦਾ ਮੁੱਖ ਉਦੇਸ਼ ਕੀ ਸੀ? ਪਹਿਲਾ ਆਪਸ਼ਨ ਹੈ ਬਿਲਡ ਨਿਊ ਡੈਮਸ ਓਵਰ ਦ ਗੰਗਾ ਰਿਵਰ, ਗੰਗਾ ਉੱਤੇ ਨਵੇਂ ਡੈਮ ਬਣਾਉਣਾ। ਦੂਜਾ ਆਪਸ਼ਨ ਹੈ ਮੇਕ ਇਟਸ ਵਾਟਰ ਪੋਲਿਊਸ਼ਨ ਫ੍ਰੀ, ਇਸ ਦੇ ਪਾਣੀ ਨੂੰ ਪੋਲਿਊਸ਼ਨ ਫ੍ਰੀ ਕਰਨਾ। ਥਰਡ ਆਪਸ਼ਨ ਯੂਟੀਲਾਈਜ਼ ਦ ਰਿਵਰ ਵਾਟਰ ਫॉर ਇਰੀਗੇਸ਼ਨ, ਇਸ ਦੇ ਪਾਣੀ ਨੂੰ ਸਿੰਚਾਈ ਲਈ ਵਰਤਣਾ। ਜਾਂ ਫੋਰਥ ਆਪਸ਼ਨ ਪ੍ਰਮੋਟ ਦ growth of water animals like fish in the river, ਪਾਣੀ ਵਿੱਚ ਜਾਨਵਰਾਂ ਦੀ ਗਰੋਥ ਕਰਨਾ। ਜਿਹੜਾ ਗੰਗਾ ਐਕਸ਼ਨ ਪਲਾਨ ਸੀਗਾ ਬੱਚਿਓ, ਜਦੋਂ ਗੰਗਾ ਪੋਲਿਊਟ ਹੋ ਰਹੀ ਸੀ ਤਾਂ ਉਹਦੇ ਪੋਲਿਊਸ਼ਨ ਨੂੰ ਘੱਟ ਕਰਨ ਲਈ, ਪੋਲਿਊਸ਼ਨ 'ਤੇ ਰੋਕ ਲਗਾਉਣ ਲਈ ਇਹ GAP ਪ੍ਰੋਜੈਕਟ ਸ਼ੁਰੂ ਕੀਤਾ ਸੀ। ਤਾਂ ਇਹਦਾ ਸਹੀ ਉੱਤਰ ਹੈ ਬੱਚਿਓ ਮੇਕ ਇਟਸ ਵਾਟਰ ਪੋਲਿਊਸ਼ਨ ਫ੍ਰੀ, ਇਸ ਦੇ ਪਾਣੀ ਨੂੰ ਪੋਲਿਊਸ਼ਨ ਫ੍ਰੀ ਕਰਨਾ। 9th question, expand the abbreviation GAP। GAP ਦਾ ਫੁੱਲ ਫਾਰਮ ਕੀ ਹੋਵੇਗਾ? ਇਸ ਦਾ ਉੱਤਰ ਅਸੀਂ ਪਿਛਲੇ ਕੁਐਸਚਨ ਵਿੱਚ ਕੀਤਾ, ਯਾਦ ਆਇਆ? ਯੈਸ, ਫੁੱਲ ਫਾਰਮ ਆਫ GAP ਇਜ਼ G ਫॉर ਗੰਗਾ, A ਫॉर ਐਕਸ਼ਨ ਤੇ P ਫॉर ਪਲਾਨ, ਯਾਨੀ ਗੰਗਾ ਐਕਸ਼ਨ ਪਲਾਨ, ਗੰਗਾ ਸਫਾਈ ਯੋਜਨਾ। ਬੱਚਿਓ 10th ਪ੍ਰਸ਼ਨ ਹੈ ਜਿਹੜਾ
ਅਮ੍ਰਿਤਾ ਦੇਵੀ ਬਿਸ਼ਨੋਈ ਰਾਸ਼ਟਰੀ ਇਨਾਮ ਹੈ ਉਹ ਕਿਸ ਲਈ ਪ੍ਰਦਾਨ ਕੀਤਾ ਜਾਂਦਾ ਹੈ? ਆਪਸ਼ਨਸ ਹਨ ਜੀਵ ਸੁਰੱਖਿਅਣ ਹੇਤੂ, ਵਣ ਉਨਮੂਲਨ ਹੇਤੂ, ਵਣਾਂ ਦੇ ਵਿਕਾਸ ਨੂੰ ਰੋਕਣ ਹੇਤੂ ਜਾਂ ਜਲ ਸੁਰੱਖਿਅਣ ਹੇਤੂ। ਬੇਟਾ ਸਹੀ ਉੱਤਰ ਹੈ ਜੀਵ ਸੁਰੱਖਿਅਣ ਹੇਤੂ। ਇਹ ਪੁਰਸਕਾਰ ਅਮ੍ਰਿਤਾ ਦੇਵੀ ਬਿਸ਼ਨੋਈ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸੰਨ 1731 ਵਿੱਚ ਰਾਜਸਥਾਨ ਦੇ ਜੋਧਪੁਰ ਨੇੜੇ ਖੇਜਰਾਲੀ ਪਿੰਡ ਵਿੱਚ ਖੇਜਰੀ ਰੁੱਖਾਂ ਨੂੰ ਬਚਾਉਣ ਹਿੱਤ 363 ਲੋਕਾਂ ਸਮੇਤ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ ਸੀ। ਬੱਚਿਓ, ਹੁਣ ਅਸੀਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ ਕਰਦੇ ਹਾਂ। ਹੁਣ ਕੁਐਸਚਨ ਨੰਬਰ 11 ਹੈ, ਕੁਦਰਤੀ ਸੰਸਾਧਨ ਕੀ ਹਨ? ਵਾਟ ਆਰ ਨੈਚੁਰਲ ਰਿਸੋਰਸਿਸ? ਤਾਂ ਬੱਚਿਓ, ਕੁਦਰਤ ਵਿੱਚ ਮਿਲਣ ਵਾਲੇ ਮਨੁੱਖ ਲਈ ਉਪਯੋਗੀ ਪਦਾਰਥਾਂ ਨੂੰ ਕੁਦਰਤੀ ਸੰਸਾਧਨ ਕਹਿੰਦੇ ਹਨ, ਜਿਹੜੇ ਸਾਨੂੰ ਕੁਦਰਤ ਤੋਂ ਮਿਲਦੇ ਹਨ, ਯਾਨੀ ਨੈਚੁਰਲ ਰਿਸੋਰਸਿਸ, ਜਿਵੇਂ ਹਵਾ, ਪਾਣੀ, ਮਿੱਟੀ, ਖਣਿਜ, ਕੋਇਲਾ, ਪੈਟਰੋਲੀਅਮ ਆਦਿ ਕੁਦਰਤੀ ਸੰਸਾਧਨ ਹਨ। ਬੱਚਿਓ, ਕੁਦਰਤੀ ਸੰਸਾਧਨਾਂ ਨੂੰ ਉਹਨਾਂ ਦੀ ਅਬੰਡੈਂਸ ਐਂਡ ਅਵੇਲੇਬਿਲਿਟੀ ਦੇ ਆਧਾਰ 'ਤੇ ਦੋ ਭਾਗਾਂ ਵਿੱਚ ਵਿਭਾਜਿਤ ਕੀਤਾ ਜਾਂਦਾ ਹੈ। ਫਸਟ ਹਨ ਨਾ ਖਤਮ ਹੋਣ ਵਾਲੇ ਕੁਦਰਤੀ ਸਾਧਨ, ਯਾਨੀ ਇਨਐਗਜ਼ੌਸਟੇਬਲ ਨੈਚੁਰਲ ਰਿਸੋਰਸਿਸ। ਇਹ ਅਜਿਹੇ ਸਾਧਨ ਹਨ ਬੱਚਿਓ ਜੋ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਨਹੀਂ ਹੋ ਸਕਦੇ, ਜਿਵੇਂ ਕਿ ਹਵਾ, ਸੂਰਜੀ ਪ੍ਰਕਾਸ਼ ਆਦਿ। Inexhaustible resources occur in such abundance that they are not likely to be exhausted by human use. And second one is ਖਤਮ ਹੋਣ ਵਾਲੇ ਕੁਦਰਤੀ ਸਾਧਨ, ਯਾਨੀ exhaustible resources। ਇਹ ਅਜਿਹੇ ਸਾਧਨ ਹਨ ਬੱਚਿਓ ਜਿਹੜੇ ਮਨੁੱਖਾਂ ਦੀਆਂ ਕਿਰਿਆਵਾਂ ਦੁਆਰਾ ਸਮਾਪਤ ਹੋ ਰਹੇ ਹਨ, ਜਿਵੇਂ ਮਿੱਟੀ, ਪਥਰਾਟ ਬਾਲਣ, ਖਣਿਜ ਆਦਿ। Exhaustible resources are again of two types. First is renewable resources, ਯਾਨੀ ਨਵੀਨੀਕਰਨ ਸਰੋਤ, ਅਤੇ non renewable resources, ਯਾਨੀ ਅਨਵੀਨੀਕਰਨ ਸਰੋਤ। ਰਿਨਿਊਏਬਲ ਰਿਸੋਰਸਿਸ ਬੱਚਿਓ ਅਜਿਹੇ ਸਰੋਤ ਹਨ ਜਿਨ੍ਹਾਂ ਦਾ ਕੁਦਰਤ ਵਿੱਚ ਚੱਕਰੀਕਰਨ ਹੋ ਸਕਦਾ ਹੈ। ਸੋਇਲ, ਪਲਾਂਟਸ, ਐਨੀਮਲਸ, ਏਅਰ, ਵਾਟਰ ਆਰ ਦ ਐਗਜ਼ਾਮਪਲਸ ਆਫ ਰਿਨਿਊਏਬਲ ਰਿਸੋਰਸਿਸ। ਅਤੇ ਨਾਨ ਰਿਨਿਊਏਬਲ ਰਿਸੋਰਸਿਸ ਅਜਿਹੇ ਸਰੋਤ ਹਨ ਜਿਨ੍ਹਾਂ ਦਾ ਚੱਕਰੀਕਰਨ ਨਹੀਂ ਹੋ ਸਕਦਾ, ਭਾਵ ਜੋ ਇੱਕ ਵਾਰ ਵਰਤੋਂ ਤੋਂ ਬਾਅਦ ਸਮਾਪਤ ਹੋ ਜਾਂਦੇ ਹਨ, ਉਹਨਾਂ ਨੂੰ ਅਨਵੀਨੀਕਰਨ ਸਰੋਤ ਕਹਿੰਦੇ ਹਨ, ਲਾਈਕ ਮਿਨਰਲ, ਕੋਲ, ਪੈਟਰੋਲੀਅਮ, ਨੈਚੁਰਲ ਗੈਸ, ਨਿਊਕਲੀਅਰ ਐਨਰਜੀ ਐਕਸੈਟਰਾ। ਹੋਪ ਕਿ ਤੁਹਾਨੂੰ ਹੁਣ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਕੁਦਰਤੀ ਸਾਧਨ ਕੀ ਹਨ ਤੇ ਕੁਦਰਤੀ ਸਾਧਨਾਂ ਦੀ ਕਲਾਸੀਫਿਕੇਸ਼ਨ ਕੀ ਹੈ। ਬੱਚਿਓ, ਹੁਣ ਕੁਐਸਚਨ ਨੰਬਰ 12, ਸਾਨੂੰ ਜੰਗਲਾਂ ਅਤੇ ਜੰਗਲੀ ਜੀਵਨ ਦਾ ਸੁਰੱਖਿਅਨ ਕਿਉਂ ਕਰਨਾ ਚਾਹੀਦਾ ਹੈ? ਵਾਈ ਸ਼ੁੱਡ ਵੀ ਕੰਜ਼ਰਵ ਫੋਰੈਸਟ ਐਂਡ ਵਾਈਲਡ ਲਾਈਫ? ਬੱਚਿਓ, ਇਹ ਕੁਐਸਚਨ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਬਹੁਤ ਇੰਪੋਰਟੈਂਟ ਹੈ, ਇਸ ਲਈ ਇਸ ਦਾ ਉੱਤਰ ਤੁਸੀਂ ਧਿਆਨ ਨਾਲ ਲਿਖਣਾ ਹੈ। ਬੱਚਿਓ, ਕੁਦਰਤ ਵਿੱਚ ਜਿੱਥੇ
ਪੌਦੇ ਉਤਪਾਦਕ ਹਨ, ਉੱਥੇ ਜੰਤੂਆਂ ਦੇ ਰੂਪ ਵਿੱਚ ਖਪਤਕਾਰ ਵੀ ਮੌਜੂਦ ਹਨ। ਇਸ ਲਈ ਕੁਦਰਤ ਵਿੱਚ ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਲਈ ਜੰਗਲਾਂ ਅਤੇ ਜੰਗਲੀ ਜੀਵਨ ਦਾ ਸੁਰੱਖਿਅਨ ਜ਼ਰੂਰੀ ਹੈ। ਬਹੁਤ ਸਾਰੇ ਫਲ, ਮੇਵੇ, ਸਬਜ਼ੀਆਂ, ਜੜੀ ਬੂਟੀਆਂ ਆਦਿ ਸਾਨੂੰ ਜੰਗਲਾਂ ਤੋਂ ਪ੍ਰਾਪਤ ਹੁੰਦੀਆਂ ਹਨ। ਇਸ ਲਈ ਇਹਨਾਂ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਵੀ ਸਾਨੂੰ ਇਹਨਾਂ ਦਾ ਸੁਰੱਖਿਅਨ ਕਰਨਾ ਜ਼ਰੂਰੀ ਹੈ। ਇਮਾਰਤੀ ਅਤੇ ਜਲਾਉਣ ਵਾਲੀ ਲੱਕੜੀ ਯਾਨੀ ਬਾਲਣ ਵੀ ਸਾਨੂੰ ਜੰਗਲਾਂ ਤੋਂ ਹੀ ਮਿਲਦਾ ਹੈ। ਬੱਚਿਓ, ਜੰਗਲ ਅਤੇ ਜੰਗਲੀ ਜੀਵਨ ਦਾ ਵਾਤਾਵਰਣ ਵਿੱਚ ਗੈਸਾਂ ਦਾ ਸੰਤੁਲਨ ਬਣਾਉਣ ਲਈ ਇਹਨਾਂ ਦਾ ਸੁਰੱਖਿਅਨ ਬਹੁਤ ਜ਼ਰੂਰੀ ਹੈ। ਰੁੱਖਾਂ ਕਾਰਨ ਹੋਇਆ ਵਾਸ਼ਪਨ ਵਰਖਾ ਦੇ ਸਰੋਤ ਦਾ ਕੰਮ ਕਰਦਾ ਹੈ। ਰੁੱਖਾਂ ਦੇ ਹਵਾ ਵਿਚਲੇ ਭਾਗਾਂ ਤੋਂ ਕਾਫੀ ਮਾਤਰਾ ਵਿੱਚ ਪਾਣੀ ਦਾ ਵਾਸ਼ਪਨ ਹੁੰਦਾ ਹੈ। ਇਹ ਵਰਖਾ ਦੇ ਸਰੋਤ ਦਾ ਕਾਰਜ ਕਰਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਰਖਾ ਲਈ ਅਸੀਂ ਜੰਗਲਾਂ ਉੱਤੇ ਨਿਰਭਰ ਹਾਂ। ਜਿਹੜੇ ਰੁੱਖ ਹੁੰਦੇ ਹਨ ਬੱਚੋ, ਇਹਨਾਂ ਦੀਆਂ ਜੜ੍ਹਾਂ ਮਿੱਟੀ ਨੂੰ ਜਕੜ ਕੇ ਰੱਖਦੀਆਂ ਹਨ ਅਤੇ ਇਸ ਤਰ੍ਹਾਂ ਜੰਗਲ ਸੋਇਲ ਇਰੋਜ਼ਨ ਐਂਡ ਫਲੱਡ ਨੂੰ ਕੰਟਰੋਲ ਕਰਦੇ ਹਨ। ਇਸ ਲਈ ਇਹਨਾਂ ਆਪਦਾਵਾਂ ਤੋਂ ਬਚਣ ਲਈ ਇਹਨਾਂ ਦਾ ਸੁਰੱਖਿਅਨ ਕਰਨਾ ਬਹੁਤ ਜ਼ਰੂਰੀ ਹੈ। ਜੰਗਲ ਬਹੁਤ ਸਾਰੇ ਜੰਗਲੀ ਜੀਵਾਂ ਨੂੰ ਆਸਰਾ ਵੀ ਦਿੰਦੇ ਹਨ ਅਤੇ ਬਹੁਤ ਸਾਰੇ ਪ੍ਰਾਣੀਆਂ ਦੀ ਪ੍ਰਜਾਤੀ ਨੂੰ ਬਣਾਈ ਰੱਖਣ ਲਈ ਜੰਗਲਾਂ ਦਾ ਸੁਰੱਖਿਅਨ ਕਰਨਾ ਬਹੁਤ ਜ਼ਰੂਰੀ ਹੈ। ਕੁਐਸਚਨ ਨੰਬਰ 13, ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਲਈ ਕੁਝ ਉਪਾਅ ਸੁਝਾਓ। Suggest some approaches towards the conservation of forests and wildlife। ਬੱਚਿਓ, ਜਿਹੜਾ ਤੁਹਾਨੂੰ ਪਹਿਲਾਂ ਪ੍ਰਸ਼ਨ ਕਰਵਾਇਆ ਗਿਆ ਹੈ ਤੇ ਇਸ ਪ੍ਰਸ਼ਨ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈ। ਪਹਿਲਾਂ ਤੁਹਾਨੂੰ ਪੁੱਛਿਆ ਗਿਆ ਸੀ ਕਿ ਜੰਗਲਾਂ ਅਤੇ ਜੰਗਲੀ ਜੀਵਨ ਦਾ ਸੁਰੱਖਿਅਨ ਕਿਉਂ ਕਰਨਾ ਚਾਹੀਦਾ ਹੈ, ਤੇ ਹੁਣ ਪ੍ਰਸ਼ਨ ਬਿਲਕੁਲ ਅਲੱਗ ਹੈ ਕਿ ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਤੁਸੀਂ ਕਿਵੇਂ ਕਰ ਸਕਦੇ ਹੋ। ਕਿਉਂ ਤੇ ਕਿਵੇਂ ਵਿੱਚ ਬਿਲਕੁਲ ਕਨਫਿਊਜ਼ ਨਹੀਂ ਹੋਣਾ ਹੈ। ਠੀਕ ਹੈ, ਕਲੀਅਰ ਹੈ। ਹੁਣ ਇਸ ਦਾ ਉੱਤਰ ਆਪਾਂ ਕਰਦੇ ਹਾਂ। ਜੰਗਲੀ ਜੀਵਨ ਅਤੇ ਜੰਗਲਾਂ ਦੀ ਸੁਰੱਖਿਆ ਲਈ ਪਹਿਲਾ ਉਪਾਅ ਹੈ ਜੰਗਲਾਂ ਨੂੰ ਕੱਟਣ 'ਤੇ ਰੋਕ ਲਗਾਉਣਾ, ਯਾਨੀ ਡੀਫੋਰੈਸਟੇਸ਼ਨ 'ਤੇ ਰੋਕ ਲਗਾਉਣੀ ਚਾਹੀਦੀ ਹੈ। ਸੈਕੰਡ ਹੈ ਵਣੀਕਰਨ, ਯਾਨੀ ਏਫੋਰੈਸਟੇਸ਼ਨ ਨੂੰ ਬੜਾਵਾ ਦੇਣਾ ਚਾਹੀਦਾ ਹੈ। ਯਾਨੀ ਵਾਤਾਵਰਣ ਦੀ ਸੁਰੱਖਿਆ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਪੇੜ ਪੌਦਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਦਾ ਅਗਲਾ ਉਪਾਅ ਹੈ ਜੰਗਲਾਂ ਦੀ ਅੱਗ ਤੋਂ ਰੱਖਿਆ ਕਰਨਾ। ਬੱਚਿਓ, ਹਰ ਸਾਲ ਦੁਨੀਆ ਵਿੱਚ ਕਈ ਜੰਗਲ ਅੱਗ ਲੱਗਣ ਨਾਲ ਨਸ਼ਟ ਹੋ ਜਾਂਦੇ ਹਨ। ਇਸ ਲਈ ਜੰਗਲਾਂ ਦੀ ਅੱਗ ਤੋਂ ਰੱਖਿਆ ਕਰਨੀ ਬਹੁਤ ਜ਼ਰੂਰੀ ਹੈ। ਨੈਕਸਟ ਪੁਆਇੰਟ ਹੈ ਕਾਨੂੰਨ ਬਣਾਉਣੇ, ਜਿਸ ਵਿੱਚ ਸ਼ਿਕਾਰੀਆਂ ਨੂੰ ਪ੍ਰਤੀਬੰਧਿਤ ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨ 'ਤੇ ਦੰਡ ਦਿੱਤਾ ਜਾਵੇ। ਸਰਕਾਰ ਨੂੰ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਸ ਨਾਲ ਸ਼ਿਕਾਰੀਆਂ ਨੂੰ ਪ੍ਰਤੀਬੰਧਿਤ ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨ 'ਤੇ ਦੰਡ ਮਿਲਣਾ ਚਾਹੀਦਾ ਹੈ। ਐਂਡ ਲਾਸਟ ਵਨ ਇਜ਼ ਜੰਗਲਾਂ ਨੂੰ ਵਧੇਰੇ ਚਰਾਈ ਯਾਨੀ ਓਵਰ ਗ੍ਰੇਜ਼ਿੰਗ ਬਾਏ ਐਨੀਮਲਸ ਤੋਂ ਬਚਾਉਣਾ ਚਾਹੀਦਾ ਹੈ। ਨਾਓ 14th ਕੁਐਸਚਨ, ਆਪਣੇ ਘਰ ਨੂੰ ਵਾਤਾਵਰਣ ਪੱਖੀ ਬਣਾਉਣ ਲਈ ਤੁਸੀਂ ਕਿਹੜੇ-ਕਿਹੜੇ ਪਰਿਵਰਤਨ ਸੁਝਾ ਸਕਦੇ ਹੋ। What changes would you suggest in your home in order to be environment friendly?
ਇਸ ਦੇ ਵਿੱਚ ਬੱਚਿਓ ਘਰ ਨੂੰ ਵਾਤਾਵਰਣ ਪੱਖੀ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਬਿਜਲੀ ਦੇ ਪੱਖੇ ਅਤੇ ਬਲਬ ਦੇ ਸਵਿੱਚ ਬੰਦ ਕਰਕੇ ਬਿਜਲੀ ਦੇ ਫਿਜ਼ੂਲ ਖਰਚ ਨੂੰ ਰੋਕ ਸਕਦੇ ਹਾਂ। ਘਰ ਤੋਂ ਜਾਣ ਲੱਗਿਆਂ ਸਾਨੂੰ ਸਾਰੇ ਇਲੈਕਟ੍ਰਿਕ ਆਈਟਮਸ ਬੰਦ ਕਰਕੇ ਜਾਣੇ ਚਾਹੀਦੇ ਹਨ। ਦੂਜਾ ਹੈ ਬੱਚਿਓ, ਜੇ ਘਰ ਵਿੱਚ ਕੋਈ ਪਾਈਪ ਜਾਂ ਨਲ ਵਿੱਚੋਂ ਪਾਣੀ ਟਪਕਦਾ ਹੋਵੇ ਜਾਂ ਲੀਕ ਹੋਵੇ ਤਾਂ ਉਸ ਦੀ ਮੁਰੰਮਤ ਕਰਵਾ ਕੇ ਅਸੀਂ ਪਾਣੀ ਦੀ ਬਚਤ ਕਰ ਸਕਦੇ ਹਾਂ। ਥਰਡ ਪੁਆਇੰਟ ਹੈ, ਸਾਨੂੰ 5 ਆਰਸ ਦੁਆਰਾ ਦੱਸੇ ਹੋਏ ਰਸਤੇ ਸੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 5 ਆਰ ਮੀਨਸ ਰਿਡਿਊਸ, ਰੀਸਾਈਕਲ, ਰੀਯੂਜ਼, ਰੀਪਰਪਸ ਐਂਡ ਰਿਫਿਊਜ਼। ਨੈਕਸਟ ਪੁਆਇੰਟ ਹੈ ਬੱਚਿਓ, ਸਾਨੂੰ ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ਹੈ। ਜੇ ਵੱਧ ਬਣ ਵੀ ਗਿਆ ਹੈ ਤਾਂ ਕਿਸੇ ਗਰੀਬ ਨੂੰ ਦਾਨ ਕਰ ਦੇਣਾ ਚਾਹੀਦਾ ਹੈ। ਨੈਕਸਟ ਪੁਆਇੰਟ, ਸਾਨੂੰ ਆਪਣੇ ਆਵਾਸ ਦੇ ਆਲੇ ਦੁਆਲੇ ਕਚਰਾ ਅਤੇ ਗੰਦਾ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਹੈ, ਕਿਉਂਕਿ ਬੱਚਿਓ ਕਚਰਾ ਅਤੇ ਗੰਦਾ ਪਾਣੀ ਕਈ ਬਿਮਾਰੀਆਂ ਪੈਦਾ ਕਰਦਾ ਹੈ। ਇਸ ਲਈ ਘਰਾਂ ਵਿਚਲੇ ਕੂੜੇ ਕਚਰੇ ਨੂੰ ਕੂੜੇਦਾਨ ਵਿੱਚ ਇਕੱਠਾ ਕਰਕੇ ਇਸ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਬੱਚਿਓ 15th ਕੁਐਸਚਨ ਹੈ, ਚਿਪਕੋ ਅੰਦੋਲਨ ਨੇ ਸਰਕਾਰ ਅਤੇ ਲੋਕਾਂ ਨੂੰ ਕੀ ਸਿਖਾਇਆ? What is the important message conveyed by ਚਿਪਕੋ मूवमेंट? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੱਚਿਓ। ਚਿਪਕੋ ਅੰਦੋਲਨ 1970 ਦੇ ਆਰੰਭਕ ਦਸ਼ਕ ਵਿੱਚ ਹਿਮਾਲਿਆ ਦੀ ਉੱਚੀ ਪਰਬਤ ਲੜੀ ਵਿੱਚ ਗੜਵਾਲ ਦੇ ਰੇਨੀ ਨਾਂ ਦੇ ਪਿੰਡ ਵਿੱਚ ਇੱਕ ਘਟਨਾ ਤੋਂ ਆਰੰਭ ਹੋਇਆ ਸੀ। ਇਹ ਵਿਵਾਦ ਲੱਕੜੀ ਦੇ ਠੇਕੇਦਾਰ ਅਤੇ ਸਥਾਨਿਕ ਲੋਕਾਂ ਦੇ ਵਿੱਚ ਆਰੰਭ ਹੋਇਆ, ਕਿਉਂਕਿ ਪਿੰਡ ਦੇ ਲਾਗੇ ਦੇ ਦਰਖਤ ਕੱਟਣ ਦਾ ਅਧਿਕਾਰ ਠੇਕੇਦਾਰ ਨੂੰ ਦੇ ਦਿੱਤਾ ਗਿਆ ਸੀ। ਇੱਕ ਨਿਸ਼ਚਿਤ ਦਿਨ ਠੇਕੇਦਾਰ ਦੇ ਆਦਮੀ ਦਰਖਤ ਕੱਟਣ ਲਈ ਆਏ, ਜਦੋਂ ਉੱਥੋਂ ਦੇ ਪੁਰਸ਼ ਨਿਵਾਸੀ ਉੱਥੇ ਨਹੀਂ ਸਨ। ਬਿਨਾਂ ਕਿਸੇ ਡਰ ਦੇ ਉੱਥੋਂ ਦੀਆਂ ਇਸਤਰੀਆਂ ਫੌਰਨ ਉੱਥੇ ਪਹੁੰਚ ਗਈਆਂ ਅਤੇ ਉਹਨਾਂ ਨੇ ਦਰਖਤਾਂ ਨੂੰ ਆਪਣੀ ਬਾਹਾਂ ਵਿੱਚ ਭਰ ਕੇ ਚਿਪਕ ਕੇ ਠੇਕੇਦਾਰ ਦੇ ਆਦਮੀਆਂ ਨੂੰ ਦਰਖਤ ਕੱਟਣ ਤੋਂ ਰੋਕਿਆ। ਇਸ ਲਈ ਠੇਕੇਦਾਰ ਨੂੰ ਆਪਣਾ ਕੰਮ ਬੰਦ ਕਰਨਾ ਪਿਆ। ਚਿਪਕੋ ਅੰਦੋਲਨ ਸਥਾਨਕ ਨਿਵਾਸੀਆਂ ਨੂੰ ਜੰਗਲਾਂ ਤੋਂ ਵੱਖ ਕਰਨ ਦੀ ਨੀਤੀ ਦੇ ਖਾਤਮੇ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਦਾ ਹਿੱਸਾ ਸੀ। ਚਿਪਕੋ ਅੰਦੋਲਨ ਬਹੁਤ ਤੇਜ਼ੀ ਨਾਲ ਵੱਖ-ਵੱਖ ਸਮੁਦਾਇਆਂ ਵਿੱਚ ਫੈਲ ਗਿਆ। ਜਨ ਸੰਚਾਰ ਮਾਧਿਅਮ ਨੇ ਵੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਨਾਲ ਸਰਕਾਰ ਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੱਤਾ ਕਿ ਜੰਗਲਾਂ ਦੇ ਵਿਨਾਸ਼ ਨਾਲ ਸਿਰਫ ਜੰਗਲਾਂ ਦੀ ਉਪਲਬਧਤਾ ਹੀ ਪ੍ਰਭਾਵਿਤ ਨਹੀਂ ਹੁੰਦੀ ਹੈ, ਸਗੋਂ ਮਿੱਟੀ ਦੀ ਗੁਣਵੱਤਾ ਅਤੇ ਜਲ ਸੋਮਿਆਂ 'ਤੇ ਵੀ ਅਸਰ ਹੁੰਦਾ ਹੈ। ਸਥਾਨਕ ਲੋਕਾਂ ਦੀ ਭਾਗੀਦਾਰੀ ਨਿਸ਼ਚਿਤ ਰੂਪ ਵਿੱਚ ਜੰਗਲਾਂ ਦੇ ਪ੍ਰਬੰਧਨ ਵਿੱਚ ਹੋਣੀ ਚਾਹੀਦੀ ਹੈ। ਯਾਨੀ ਬੱਚਿਓ, ਦ ਇੰਪੋਰਟੈਂਟ ਮੈਸੇਜ ਕਨਵੇਡ ਬਾਈ ਚਿਪਕੋ ਮੂਵਮੈਂਟ ਇਜ਼ ਟੂ ਇਨਵੋਲਵ ਦ ਕਮਿਊਨਿਟੀ ਇਨ ਫੋਰੈਸਟ ਕੰਜ਼ਰਵੇਸ਼ਨ ਐਫਰਟਸ। ਬੱਚਿਓ ਨੈਕਸਟ ਕੁਐਸਚਨ ਹੈ, 5 ਆਰ ਦੇ ਸਿਧਾਂਤ ਤੋਂ ਤੁਸੀਂ ਕੀ ਸਮਝਦੇ ਹੋ? ਵਰਣਨ ਕਰੋ। ਬੱਚਿਓ ਵਾਤਾਵਰਣ ਨੂੰ ਬਚਾਉਣ ਲਈ 5 ਆਰ ਦੇ ਸਿਧਾਂਤ ਯਾਨੀ 5 ਪ੍ਰਕਾਰ ਦੇ ਆਰ ਹਨ। ਪਹਿਲਾ ਆਰ ਰਿਡਿਊਸ ਯਾਨੀ ਘੱਟ ਉਪਯੋਗ। ਇਸ ਦਾ ਅਰਥ ਹੈ ਕਿ ਸਾਨੂੰ ਘੱਟ ਤੋਂ ਘੱਟ ਵਸਤੂਆਂ ਦਾ ਉਪਯੋਗ ਕਰਨਾ ਚਾਹੀਦਾ ਹੈ। ਬਿਨਾਂ ਲੋੜ ਤੋਂ ਚੱਲ ਰਹੇ ਬਿਜਲੀ ਦੇ ਪੱਖੇ ਅਤੇ ਬਲਬ ਦਾ ਸਵਿੱਚ ਬੰਦ ਕਰਕੇ ਬਿਜਲੀ ਬਚਾਉਣੀ
ਚਾਹੀਦੀ ਹੈ। ਪਾਣੀ ਟਪਕਾਉਂਦੇ ਨਲ ਦੀ ਮੁਰੰਮਤ ਕਰਵਾ ਕੇ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ। ਭੋਜਨ ਵਿਅਰਥ ਨਹੀਂ ਗਵਾਉਣਾ ਚਾਹੀਦਾ ਹੈ। ਦੂਜਾ ਆ ਰਿਹਾ ਬੱਚਿਓ ਰੀਸਾਈਕਲ ਯਾਨੀ ਪੁਨਰ ਚੱਕਰ। ਇਸ ਦਾ ਅਰਥ ਹੈ ਕਿ ਪਲਾਸਟਿਕ, ਕਾਗਜ਼, ਕੱਚ, ਧਾਤ ਦੀਆਂ ਵਸਤਾਂ ਅਤੇ ਅਜਿਹੇ ਹੀ ਪਦਾਰਥ ਮੁੜ ਵਰਤਣਯੋਗ ਬਣਾ ਕੇ ਉਪਯੋਗੀ ਵਸਤੂਆਂ ਬਣਾਉਣੀਆਂ ਚਾਹੀਦੀਆਂ ਹਨ। ਤੀਜਾ ਆ ਰਿਹਾ ਰੀਯੂਜ਼ ਯਾਨੀ ਮੁੜ ਉਪਯੋਗ। ਬੱਚਿਓ ਇਹ ਮੁੜ ਵਰਤੋਂ ਤੋਂ ਵੀ ਚੰਗਾ ਤਰੀਕਾ ਹੈ ਕਿਉਂਕਿ ਮੁੜ ਵਰਤੋਂ ਵਿੱਚ ਕੁਝ ਨਾ ਕੁਝ ਐਨਰਜੀ ਖਰਚ ਹੁੰਦੀ ਹੈ। ਮੁੜ ਵਰਤੋਂ ਦੇ ਢੰਗ ਵਿੱਚ ਤੁਸੀਂ ਕਿਸੇ ਵਸਤੂ ਦਾ ਬਾਰ-ਬਾਰ ਉਪਯੋਗ ਕਰਦੇ ਹੋ। ਲਿਫਾਫਿਆਂ ਨੂੰ ਸੁੱਟਣ ਦੀ ਬਜਾਏ ਉਹਨਾਂ ਨੂੰ ਮੁੜ ਉਪਯੋਗ ਵਿੱਚ ਲਿਆ ਸਕਦੇ ਹੋ। ਜਿਵੇਂ ਅਲੱਗ-ਅਲੱਗ ਭੋਜਨ ਪਦਾਰਥਾਂ ਵਾਲੀਆਂ ਬੋਤਲਾਂ, ਡੱਬੇ ਆਦਿ ਦਾ ਉਪਯੋਗ ਰਸੋਈ ਵਿੱਚ ਵਸਤੂਆਂ ਨੂੰ ਸਾਂਭ ਕੇ ਰੱਖਣ ਲਈ ਕੀਤਾ ਜਾ ਸਕਦਾ ਹੈ। ਚੌਥਾ ਆ ਰਿਹਾ ਬੱਚਿਓ ਇਨਕਾਰ ਕਰਨਾ। ਇਸ ਤੋਂ ਭਾਵ ਹੈ ਕਿ ਅਜਿਹੀਆਂ ਵਸਤੂਆਂ ਨੂੰ ਲੈਣ ਤੋਂ ਇਨਕਾਰ ਕਰਨਾ ਜੋ ਵਰਤੋਂਯੋਗ ਨਹੀਂ ਹਨ। ਯਾਨੀ ਅਜਿਹੀਆਂ ਵਸਤੂਆਂ ਨਾ ਖਰੀਦੋ ਜੋ ਸਾਡੇ ਲਈ ਅਤੇ ਸਾਡੇ ਵਾਤਾਵਰਣ ਲਈ ਨੁਕਸਾਨਦੇਹ ਹਨ, ਜਿਵੇਂ ਪਲਾਸਟਿਕ ਦੀਆਂ ਥੈਲੀਆਂ। ਪੰਜਵਾਂ ਆ ਰਿਹਾ ਬੱਚਿਓ ਮੁੜ ਮੰਤਵ ਯਾਨੀ ਰੀਪਰਪਸ। ਇਸ ਤੋਂ ਭਾਵ ਇਹ ਹੈ ਕਿ ਜਦੋਂ ਇੱਕ ਪਦਾਰਥ ਦਾ ਅਸਲੀ ਮੰਤਵ ਪੂਰਾ ਹੋ ਜਾਵੇ ਤਾਂ ਇਸ ਨੂੰ ਕਿਸੇ ਹੋਰ ਮੰਤਵ ਲਈ ਵਰਤਣ ਬਾਰੇ ਸੋਚੋ। ਜਿਵੇਂ ਟੁੱਟੀ ਹੋਈ ਕਰੋਕਰੀ, ਟੁੱਟੇ ਹੈਂਡਲ ਵਾਲੇ ਕੱਪ ਆਦਿ ਛੋਟੇ ਪੌਦੇ ਉਗਾਉਣ ਲਈ ਵਰਤੇ ਜਾ ਸਕਦੇ ਹਨ ਅਤੇ ਪੰਛੀਆਂ ਨੂੰ ਪਾਣੀ ਅਤੇ ਦਾਣਾ ਪਾਉਣ ਦੇ ਲਈ ਵੀ ਵਰਤੇ ਜਾ ਸਕਦੇ ਹਨ। ਇਹ ਸੀ ਬੱਚਿਓ 5R ਸਿਧਾਂਤ। ਅਭਿਆਸ। ਬੱਚਿਓ ਹੁਣ ਦੁਹਰਾਈ ਲਈ ਤੁਹਾਨੂੰ ਕੁਝ ਅਭਿਆਸ ਪ੍ਰਸ਼ਨ ਦਿੱਤੇ ਜਾ ਰਹੇ ਹਨ ਜੋ ਤੁਸੀਂ ਆਪਣੀ ਨੋਟਬੁੱਕ 'ਤੇ ਵੀ ਨੋਟ ਕਰਨੇ ਹਨ। ਫਸਟ ਕੁਐਸਚਨ ਇਜ਼ ਨੇਮ any 5 natural resources। ਕੋਈ 5 ਕੁਦਰਤੀ ਸੰਸਾਧਨਾਂ ਦੇ ਨਾਮ ਲਿਖੋ। Second question is what is the full form of CFC? CFC ਦਾ ਪੂਰਾ ਨਾਮ ਕੀ ਹੈ? ਇਹ ਅਸੀਂ ਪੜ੍ਹਿਆ ਸੀ, ਹੈ ਨਾ, ਯਾਦ ਆ ਗਿਆ। ਨੈਕਸਟ ਥਰਡ ਕੁਐਸਚਨ ਇਜ਼ ਨੇਮ 5 R's that will help us to conserve natural resources for long-term use। ਵਾਤਾਵਰਣ ਨੂੰ ਬਚਾਉਣ ਲਈ 5 R's ਦੇ ਨਾਮ ਦੱਸੋ। Fourth question is what is water harvesting? यानी जल संग्रहण की है। ਉਮੀਦ ਹੈ ਕਿ ਅੱਜ ਜਿਹੜੇ ਕੁਐਸਚਨ ਆਨਸਰ ਅਸੀਂ ਕੀਤੇ हैं ਉਹ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਏ ਹੋਣਗੇ ਤੇ ਤੁਸੀਂ ਸਾਰਿਆਂ ਨੇ ਆਪਣੀ ਨੋਟਬੁੱਕ ਤੇ ਵੀ ਨੋਟ ਕੀਤੇ ਹੋਣਗੇ। ਅਭਿਆਸ ਵਿੱਚ ਜਿਹੜੇ ਪ੍ਰਸ਼ਨ ਤੁਹਾਨੂੰ ਦਿੱਤੇ ਗਏ ਹਨ ਉਹਨਾਂ ਦੇ ਉੱਤਰ ਤੁਸੀਂ ਆਪਣੀ ਨੋਟਬੁੱਕ ਤੇ ਲਿਖ ਕੇ ਆਪਣੇ ਸੰਬੰਧਿਤ ਟੀਚਰ ਨੂੰ ਭੇਜ ਕੇ ਚੈੱਕ ਕਰਵਾ ਸਕਦੇ ਹੋ। ਠੀਕ ਹੈ ਬੱਚਿਓ, ਥੈਂਕ ਯੂ।